ਭਗਤ ਪੂਰਨ ਸਿੰਘ ਜੀ 20ਵੀਂ ਸਦੀ ਦੇ ਇੱਕ ਆਦਰਸ਼ ਸੇਵਕ ਸਨ। ਆਪ ਜੀ ਦਾ ਜਨਮ ਜੋ ਹੈ ਉਹ 4 ਜੂਨ 1904 ਦੇ ਵਿੱਚ ਹੋਇਆ ਅਤੇ 4 ਅਗਸਤ 1992 ਤੱਕ ਇਸ ਸੰਸਾਰ ਦੇ ਵਿੱਚ ਵਿਚਰਦੇ ਰਹੇ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਭਗਤ ਪੂਰਨ ਸਿੰਘ ਸਿੱਖਾਂ ਦੇ ਮਦਰ ਟੈਰੇਸਾ ਸਨ। ਮਦਰ ਟੈਰੇਸਾ ਵੀ ਲਗਭਗ ਇਸੇ ਸਮੇਂ ਦੇ ਦੌਰਾਨ ਦੁਨੀਆ ਦੇ ਵਿੱਚ ਵਿਚਰੇ ਨੇ ਅਤੇ ਉਹਨਾਂ ਨੇ ਵੀ 1947 ਤੋਂ ਬਾਅਦ ਹੀ ਭਾਰਤ ਦੇ ਵਿੱਚ ਸੇਵਾ ਦੇ ਕਾਰਜ ਆਰੰਭੇ ਸਨ। ਮਦਰ ਟੈਰੇਸਾ ਭਾਰਤ ਦੇ ਪੂਰਬ ਵੱਲ ਤੇ ਦੂਸਰੇ ਪਾਸੇ ਭਗਤ ਪੂਰਨ ਸਿੰਘ ਭਾਰਤ ਦੇ ਪੱਛਮ ਵੱਲ ਸੇਵਾ ਨਿਭਾ ਰਹੇ ਸਨ। ਮਦਰ ਟੈਰੇਸਾ ਨੇ 87 ਸਾਲ ਦੁਨੀਆ ਦੇ ਵਿੱਚ, ਜਦ ਕਿ ਭਗਤ ਪੂਰਨ ਸਿੰਘ ਨੇ 88 ਸਾਲ ਦੁਨੀਆ ਦੇ ਵਿੱਚ ਰਹਿ ਕਰਕੇ ਜੀਵਨ ਗੁਜ਼ਾਰਿਆ, ਪਰੰਤੂ ਉਹਨਾਂ ਦੇ ਕਾਰਜ ਅਤੇ ਭਗਤ ਪੂਰਨ ਸਿੰਘ ਕਾਰਜ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਉਹਦਾ ਕਾਰਨ ਕੀ ਹੈ ਕਿ ਮਦਰ ਟੈਰੇਸਾ ਦੇ ਪਿੱਠ ਦੇ ਉੱਤੇ ਸਾਰਾ ਈਸਾਈ ਜਗਤ ਸੀ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਪਾਉਂਡ ਤੇ ਡਾਲਰ ਸਨ। ਦੂਜੇ ਪਾਸੇ ਭਗਤ ਪੂਰਨ ਸਿੰਘ ਜਿਹੜੇ ਲਾਹੌਰ ਤੋਂ, ਪਾਕਿਸਤਾਨ ਤੋਂ ਭਾਰਤ ਆਏ ਤੇ ਉਹਨਾਂ ਦੇ ਪਾਸ ਕੇਵਲ 2 ਕੱਪੜੇ ਸਨ, ਤੇੜ ਕਸ਼ਹਿਰਾ ਸੀ ਅਤੇ ਸਿਰ ਤੇ ਪਰਨਾ ਤੇ ਪਿੰਡਾ ਜਿਹੜਾ ਸੀ ਉਹ ਨੰਗਾ ਸੀ। ਹੱਥ ਦੇ ਵਿੱਚ ਬਾਟਾ ਸੀ ਤੇ ਕੁਝ ਕਿਤਾਬਾਂ ਝੋਲੇ ਦੇ ਵਿੱਚ ਸਨ। ਪਿੱਠ ਦੇ ਉੱਤੇ ਸਮਾਜ ਦਾ ਨਕਾਰਿਆ ਹੋਇਆ ਇੱਕ ਲੂਲਾ ਪਿਆਰਾ ਸਿੰਘ ਅਤੇ ਇੱਕ ਮੁੱਠੀ ਦੇ ਵਿੱਚ 1.25 ਰੁਪਈਆ ਸੀ। ਮਦਰ ਟੈਰੇਸਾ ਨੂੰ ਬੜੇ ਸਨਮਾਨ ਮਿਲੇ, ਲੋਕਾਂ ਨੇ ਬੜਾ ਕੁਝ ਲਿਖਿਆ। ਦੂਜੇ ਪਾਸੇ ਭਗਤ ਪੂਰਨ ਸਿੰਘ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ, ਪਰ ਯਾਦ ਰੱਖਿਓ ਦਿਲ ਦੇ ਕੋਮਲ ਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਆਪਣਾ ਉਹ ਅਵਾਰਡ ਵੀ ਵਾਪਸ ਕਰ ਦਿੰਦੇ ਨੇ। ਉਹਦਾ ਕਾਰਨ ਕੀ ਸੀ? ਮਨੁੱਖਤਾ ਦਾ ਘਾਣ ਕਰਨ ਵਾਲੀ ਸਮੇਂ ਦੀ ਹੁਕਮਰਾਨ ਸਰਕਾਰ ਨੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਮਨੁੱਖਤਾ ਦਾ ਕਤਲੇਆਮ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਫਿਰ 9 ਸਤੰਬਰ 1984 ਨੂੰ ਆਪਣਾ ਉਹ ਅਵਾਰਡ ਜਿਹੜਾ ਸੀਗਾ ਉਹਨੂੰ ਵਾਪਸ ਕਰ ਦਿੱਤਾ। ਭਗਤ ਪੂਰਨ ਸਿੰਘ ਉਹਨਾਂ ਦੇ ਆਪਾਂ ਜੀਵਨ ਦੀ ਥੋੜੀ ਜਿਹੀ ਝਲਕ ਆਪਾਂ ਜਾਣ ਲਈਏ। ਭਗਤ ਪੂਰਨ ਸਿੰਘ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਮਹਿਤਾਬ ਕੌਰ ਸੀ ਔਰ ਯਾਦ ਰੱਖਿਓ ਪੁਰਾਣੇ ਸਮੇਂ ਦੇ ਅੰਦਰ ਲੜਕੀਆਂ ਦੀ ਪਹਿਲਾਂ ਮੰਗਣੀ ਹੋ ਜਾਇਆ ਕਰਦੀ ਸੀ ਅਤੇ ਛੋਟੀ ਉਮਰ ਦੇ ਵਿੱਚ, ਉਸ ਤੋਂ ਬਾਅਦ ਜਦੋਂ ਫਿਰ ਉਹ ਪੂਰਨ ਤੌਰ ਤੇ ਮਨ ਕਰਕੇ ਬਾਲਗ ਹੋ ਜਾਇਆ ਕਰਦੀ ਸੀ ਤੇ ਉਹਨੂੰ ਫਿਰ ਮੁੜ ਵਿਆਹ ਦਿੱਤਾ ਜਾਂਦਾ ਸੀ। ਮਹਿਤਾਬ ਕੌਰ ਜੋ ਕਿ ਭਗਤ ਪੂਰਨ ਸਿੰਘ ਜੀ ਦੀ ਮਾਤਾ ਸੀ, ਉਹਨਾਂ ਦੀ ਵੀ ਇਸੇ ਤਰ੍ਹਾਂ ਮੰਗਣੀ ਹੋ ਗਈ, ਪਰ ਜਦੋਂ ਤੱਕ ਆਪਣੇ ਪਤੀ ਦੇ ਘਰ ਜਾਂਦੀ ਉਹਦਾ ਪਤੀ ਅਕਾਲ ਚਲਾਣਾ ਕਰ ਜਾਂਦਾ ਹੈ, ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਮਹਿਤਾਬ ਸਿੰਘ ਨੂੰ ਇਹ ਸਮਾਜ ਜਿਹੜਾ ਸੀ ਬਦਸ਼ਗਨੀ ਸਮਝ ਲੈਂਦਾ ਹੈ ਤੇ ਦੂਸਰਾ ਵਿਆਹ ਕੁਝ ਚਿਰ ਨਾ ਹੋ ਸਕਿਆ। ਮਹਿਤਾਬ ਕੌਰ ਘਰੇਲੂ ਕੰਮ ਦੇ ਵਿੱਚ ਨਿਪੁੰਨ ਸੀ, ਮਾਤਾ ਪਿਤਾ ਦੇ ਆਗਿਆਕਾਰੀ ਸਨ ਅਤੇ ਰਾਜੇਵਾਲ ਪਿੰਡ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਿੱਬੂ ਮੱਲ। ਸਿੱਬੂ ਮੱਲ ਭਾਵੇਂ ਦਿਖਾਵੇ ਦੇ ਵਿੱਚ ਧਾਰਮਿਕ ਸੀ ਔਰ ਮਾਇਆਧਾਰੀ ਸੂਦਖੋਰ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦਾ ਸੀ। ਸਿੱਬੂ ਮੱਲ ਉਸ ਵੇਲੇ ਸਰਕਾਰ ਨੂੰ 200 ਰੁਪਏ ਸਾਲਾਨਾ ਜ਼ਮੀਨ ਦਾ ਮਾਮਲਾ ਦਿੰਦਾ ਸੀ ਅਤੇ 52 ਰੁਪਏ ਸਾਲਾਨਾ ਇਨਕਮ ਟੈਕਸ ਦਿੰਦਾ ਸੀ। ਸਿੱਬੂ ਮੱਲ ਵਿਆਹਿਆ ਹੋਇਆ ਸੀ, ਬੱਚੇ ਵੀ ਉਹਦੇ ਸਨ, ਪਰ ਫਿਰ ਵੀ ਮਹਿਤਾਬ ਕੌਰ ਦੇ ਪਿਤਾ ਨੇ ਮਹਿਤਾਬ ਕੌਰ ਨੂੰ ਉਸ ਦੇ ਨਾਲ ਮੰਗ ਦਿੱਤਾ। ਮਹਿਤਾਬ ਕੌਰ ਆਪਣੇ ਪਿਤਾ ਦੀ ਗੱਲ ਦੇ ਉੱਤੇ ਫੁੱਲ ਚੜਾਉਂਦਿਆਂ ਰਿਸ਼ਤਾ ਪ੍ਰਵਾਨ ਕਰ ਲਿਆ। ਚਾਦਰ ਦੀ ਰਸਮ ਹੋਈ ਕਿਉਂਕਿ ਸਿੱਬੂ ਮੱਲ ਨੇ ਇਹ ਕਹਿ ਦਿੱਤਾ, ਮੈਂ ਵਿਆਹਿਆ ਹੋਇਆ, ਸਮਾਜ ਦੇ ਵਿੱਚ ਮੁੜ ਵਿਆਹ ਨਹੀਂ ਕਰਵਾ ਸਕਦਾ, ਕੇਵਲ ਚਾਦਰ ਦੀ ਰਸਮ ਹੋਵੇਗੀ। ਚਾਦਰ ਦੀ ਰਸਮ ਦੇ ਨਾਲ ਮਹਿਤਾਬ ਕੌਰ ਸਿੱਬੂ ਮੱਲ ਦੇ ਘਰ ਚਲੀ ਗਈ। ਕੁਝ ਸ਼ਰਤਾਂ ਸਿੱਬੂ ਮੱਲ ਨੇ ਰੱਖੀਆਂ ਸਨ। ਉਹ ਸ਼ਰਤਾਂ ਇਹ ਰੱਖੀਆਂ ਸਨ ਕਿ ਮੈਂ ਤੈਨੂੰ ਬੱਚਾ ਨਹੀਂ ਦੇ ਸਕਦਾ, ਭਾਵ ਤੂੰ ਬੱਚੇ ਨੂੰ ਜਨਮ ਨਹੀਂ ਦੇਵੇਂਗੀ, ਅਤੇ ਦੂਸਰਾ ਜਿਹੜਾ ਸੀਗਾ ਉਹ ਇਹ ਸੀਗਾ ਵੀ ਤੂੰ ਮੇਰੇ ਪਹਿਲੀ ਜਿਹੜੀ ਪਤਨੀ ਆ ਤੇ ਉਹਦੇ ਬੱਚੇ ਨੇ ਉਹਨਾਂ ਦੇ ਥੱਲੇ ਰਹਿ ਕੇ, ਭਾਵ ਉਹਨਾਂ ਦੇ ਅਧੀਨ ਹੋ ਕੇ ਕੰਮ ਕਰੇਂਗੇ। ਸਮਾਂ ਬਤੀਤ ਹੁੰਦਾ ਗਿਆ। ਮਹਿਤਾਬ ਕੌਰ ਦੇ 4 ਬੱਚਿਆਂ ਦਾ ਗਰਭਪਾਤ ਜਿਹੜਾ ਸੀ ਉਹ ਸਿੱਬੂ ਮੱਲ ਨੇ ਕਰਵਾ ਦਿੱਤਾ। ਅਖੀਰ 5ਵੀਂ ਵਾਰੀ ਜਦੋਂ ਮਹਿਤਾਬ ਕੌਰ ਨੇ ਮਿੰਨਤਾਂ ਕਰਕੇ ਬੱਚੇ ਦੀ ਪਰਵਰਿਸ਼, ਭਾਵ ਉਹਨੂੰ ਦੁਨੀਆ ਵਿੱਚ ਆਉਣ ਦੀ ਗੱਲ ਕੀਤੀ ਤੇ ਸਿੱਬੂ ਮੱਲ ਕਹਿਣ ਲੱਗਾ ਵੀ ਮੇਰੀ ਇੱਕ ਗੱਲ ਹੈ, ਉਹ ਇਹ ਗੱਲ ਹੈ ਵੀ ਤੇਰੇ ਪੇਟ ਵਿੱਚੋਂ ਜਨਮਿਆ ਹੋਇਆ ਬੱਚਾ ਜਿਹੜਾ ਏ ਉਹ ਮੇਰੀ ਜਾਇਦਾਦ ਦਾ ਵਾਰਸ ਨਹੀਂ ਬਣੇਗਾ। ਦੂਸਰੀ ਗੱਲ, ਉਹ ਹਿੰਦੂ ਹੋ ਕੇ ਜੀਏਗਾ। ਮਹਿਤਾਬ ਕੌਰ ਨੇ ਇਹ ਵੀ ਗੱਲਾਂ ਸਵੀਕਾਰ ਕਰ ਲਈਆਂ ਤੇ ਆਖਰ ਅੱਜ ਦੇ ਦਿਨ 4 ਜੂਨ 1904 ਨੂੰ ਮਹਿਤਾਬ ਕੌਰ ਦੇ ਪੇਟ ਦੇ ਵਿੱਚੋਂ ਬਾਲਕ ਦਾ ਜਨਮ ਹੋਇਆ। ਸਿੱਬੂ ਮੱਲ ਨੇ, ਉਹਦੇ ਪਿਤਾ ਨੇ, ਉਹਦਾ ਨਾਮ ਰਾਮ ਜੀ ਦਾਸ ਰੱਖਿਆ। ਰਾਮ ਜੀ ਦਾਸ 6 ਸਾਲ ਤੱਕ ਆਪਣੀ ਮਾਂ ਦੇ ਕੋਲੋਂ ਰੱਜਮਾ
ਪਿਆਰ ਪ੍ਰਾਪਤ ਕਰਦੇ ਨੇ। ਸਿੱਬੂ ਮੱਲ ਦੀ ਪਹਿਲੀ ਪਤਨੀ ਅਤੇ ਉਸ ਦਾ ਲੜਕਾ ਰਾਮਜੀ ਦਾਸ ਨੂੰ ਨਫ਼ਰਤ ਕਰਦੇ ਸਨ, ਉਹਦਾ ਮਖੌਲ ਉਡਾਉਂਦੇ ਸਨ, ਉਹਦੀ ਬੇਇੱਜ਼ਤੀ ਕਰਦੇ ਸਨ। ਇੱਥੋਂ ਤੱਕ ਕਿ ਸਿੱਬੂ ਮੱਲ ਦੇ ਕੋਲ ਰੋਟੀ ਬੈਠ ਕੇ ਵੀ ਖਾਣ ਨੂੰ ਦਿੰਦੇ ਨਹੀਂ ਸਨ, ਮਨਾ ਸੀ। 1911 ਵਿੱਚ ਰਾਮਜੀ ਦਾਸ ਨੂੰ ਪੜ੍ਹਨੇ ਪਾਇਆ ਗਿਆ ਤੇ ਪੜ੍ਹਾਈ ਵੀ ਬਹੁਤ ਸੋਹਣੀ ਕੀਤੀ। 1914 ਦਾ ਸਮਾਂ ਆ ਗਿਆ, ਦੇਸ਼ ਦੇ ਵਿੱਚ ਪਲੇਗ ਫੈਲ ਗਈ, ਬਿਮਾਰੀ ਫੈਲ ਗਈ, ਕਾਲ ਪੈ ਗਿਆ। ਦੂਜੇ ਪਾਸੇ ਸੰਸਾਰ ਯੁੱਧ ਵੀ ਛਿੜ ਗਿਆ, ਲੋਕ ਧੜਾ ਧੜ ਮਰਨ ਲੱਗ ਪਏ। ਜਿਨ੍ਹਾਂ ਨੇ ਸਿੱਬੂ ਮੱਲ ਭਗਤ ਪੂਰਨ ਸਿੰਘ ਦੇ ਪਿਤਾ ਸਿੱਬੂ ਮੱਲ ਦੇ ਕੋਲੋਂ ਕਰਜ਼ਾ ਲਿਆ ਹੋਇਆ ਸੀ, ਉਹ ਸਾਰੇ ਚੜ੍ਹਾਈ ਕਰ ਗਏ। ਸਿੱਬੂ ਮੱਲ ਲੱਖਪਤੀ ਤੋਂ ਕੱਖਪਤੀ ਹੋ ਗਿਆ, ਉਹਨੇ ਆਪਣਾ ਸਭ ਕੁਝ ਬਕਾ ਦਿੱਤਾ। ਰਾਮਜੀ ਦਾਸ 1918 ਵਿੱਚ ਐਗਲੋ ਸੰਸਕ੍ਰਿਤੀ ਹਾਈ ਸਕੂਲ ਵਿੱਚ ਦਾਖਲਾ ਲਿਆ। ਘਰ ਦੇ ਹਾਲਾਤ ਤੇਜ਼ੀ ਦੇ ਨਾਲ ਬਦਲ ਗਏ। ਮਹਿਤਾਬ ਕੌਰ ਪੜ੍ਹਾਉਣਾ ਚਾਹੁੰਦੀ ਸੀ, ਪਰੰਤੂ ਹਾਲਾਤ ਨੇ ਸਾਥ ਨਾ ਦਿੱਤਾ। ਅਖੀਰ ਮਾਤਾ ਮਹਿਤਾਬ ਕੌਰ, ਭਗਤ ਪੂਰਨ ਸਿੰਘ ਦੀ ਮਾਤਾ ਨੇ ਉਹਨਾਂ ਨੂੰ ਖੰਨੇ ਹਾਈ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ, ਪਰ ਉਹਨਾਂ ਦੇ ਕੋਲੋਂ ਉੱਥੇ 10ਵੀਂ ਨਾ ਹੋ ਸਕੀ। ਮਹਿਤਾਬ ਕੌਰ ਪਿੰਡ ਰਾਜੀਵਾਲ ਉਹਨੂੰ ਛੱਡ ਦਿੱਤਾ ਤੇ ਮਿੰਟ ਗੁਮਰੀ ਉੱਥੇ ਆ ਗਏ। ਇੱਥੇ ਆ ਕੇ ਇੱਕ ਜੇਲ੍ਹ ਡਾਕਟਰ ਕੋਲ ਘਰੇਲੂ ਨੌਕਰਾਨੀ ਬਣ ਕੇ ਸੇਵਾ ਕਰਨ ਲੱਗੀ। ਰਾਮਜੀ ਦਾਸ ਦੀ ਪੜ੍ਹਾਈ ਦਾ ਖਰਚਾ ਜਿਹੜਾ ਸੀ ਉਹ ਚੁੱਕਣ ਲੱਗੀ, ਪਰ ਉਧਰ ਕੁਝ ਹੋਰ ਹੀ ਸੀ। ਰਾਮਜੀ ਦਾਸ ਉਹ 10ਵੀਂ ਪਾਸ ਨਾ ਕਰ ਸਕੇ। ਇੱਥੇ ਇੱਕ ਘਟਨਾ ਹੋਰ ਵਾਪਰਦੀ ਹੈ। ਰਾਮਜੀ ਦਾਸ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੇ ਉੱਤੇ ਆਏ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ। ਉੱਥੇ ਪਟਿਆਲੇ ਵਾਲਾ ਰਾਜਾ ਆਪਣੇ ਗਾਰਡ ਸਮੇਤ ਆਇਆ ਹੋਇਆ ਸੀ। ਉਹਦੀਆਂ ਸੋਹਣੀਆਂ ਦਸਤਾਰਾਂ ਬੰਨੀਆਂ ਹੋਈਆਂ, ਲੰਬੇ ਉੱਚੇ ਕੱਦ ਅਤੇ ਸੋਹਣੀਆਂ ਵਰਦੀਆਂ ਪਾਈਆਂ ਹੋਈਆਂ, ਮੁੱਛਾਂ ਦਾੜੀਆਂ ਦੇ ਵਾਲ ਜਿਹੜੇ ਸਵਾਰੇ ਹੋਏ, ਬੜਾ ਪ੍ਰਭਾਵਿਤ ਹੋਇਆ। ਉਸ ਭਾਰੀ ਇਕੱਠ ਦੇ ਵਿੱਚ ਇਤਿਹਾਸਕਾਰ ਲਿਖਦੇ ਨੇ ਵੀ ਪਟਿਆਲੇ ਵਾਲਾ ਰਾਜਾ ਰਾਮਜੀ ਦਾਸ ਦੇ ਕੋਲ ਹੀ, ਕਿਉਂਕਿ ਗੁਰੂ ਘਰ ਦਾ ਸਿਧਾਂਤ ਸੀ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ, ਉਹਨੇ ਲੰਗਰ ਛਕਿਆ ਤੇ ਰਾਮਜੀ ਦਾਸ ਸੁਣ ਕੇ ਹੈਰਾਨ ਹੋ ਗਿਆ, ਦੇਖ ਕੇ ਹੈਰਾਨ ਹੋ ਗਿਆ ਵੀ ਇੱਕ ਪਾਸੇ ਮੇਰੇ ਪਿਤਾ ਦੇ ਪੁੱਤਰ, ਮੇਰੇ ਭਰਾ ਮੈਨੂੰ ਪਿਤਾ ਦੇ ਕੋਲ ਰੋਟੀ ਨਹੀਂ ਸੀ ਖਾਣ ਦਿੰਦੇ ਬੈਠ ਕੇ, ਪਰ ਆ ਇੱਕ ਰਾਜਾ ਹੋ ਕੇ ਇੱਕ ਪੰਗਤ ਦੇ ਵਿੱਚ ਤੇ ਇੰਨੀ ਸਿੱਖ ਧਰਮ ਦੇ ਅੰਦਰ ਮਹਾਨਤਾ ਹੈ। ਉਹਦਾ ਮਨ ਬਣ ਗਿਆ ਕਿ ਮੈਂ ਸਿੱਖ ਧਰਮ ਦੇ ਬਾਰੇ ਜਾਣਾ। ਉਹਨੇ ਦੂਜੀ ਘਟਨਾ ਇੱਕ ਹੋਰ ਵੇਖੀ ਵੀ ਜਦੋਂ ਨੈਣਾ ਦੇਵੀ ਲੋਕ ਜਾਂਦੇ ਨੇ, ਰਾਮਜੀ ਦਾਸ ਵੀ ਅਨੰਦਪੁਰ ਸਾਹਿਬ ਉਧਰ ਨੂੰ ਗਿਆ ਤੇ ਦੇਖਿਆ ਕਿ ਨੈਣਾ ਦੇਵੀ ਦੇ ਲੋਕ ਜਿਹੜੇ ਜਾਂਦੇ ਨੇ ਉਹ ਰਸਤੇ ਦੇ ਵਿੱਚੋਂ ਅਨੰਦਪੁਰ ਸਾਹਿਬ ਲੰਗਰ ਛਕਦੇ ਨੇ, ਤਕੜੇ ਹੋ ਕੇ ਫਿਰ ਚੜ੍ਹਾਈ ਚੜ੍ਹਦੇ ਨੇ ਤੇ ਜੈ ਮਾਤਾ ਦੀ ਆਖਦੇ ਨੇ। ਜਦੋਂ ਵਾਪਸ ਆਉਂਦੇ ਨੇ ਤੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੰਗਰ ਛਕਦੇ ਨੇ, ਪਰ ਉਹਨਾਂ ਨੂੰ ਲੰਗਰ ਜਿਹੜਾ ਹੈ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਅਨੰਦਪੁਰ ਸਾਹਿਬ ਗੁਰਦੁਆਰੇ ਦੇ ਵਿੱਚੋਂ ਮਿਲਦਾ ਹੈ। ਬੜਾ ਪ੍ਰਭਾਵਿਤ ਹੋਇਆ ਸਿੱਖੀ ਦਾ। ਔਰ ਇਹਨਾਂ ਹੀ ਦਿਨਾਂ ਦੇ ਵਿੱਚ ਇੱਕ ਹੋਰ ਘਟਨਾ ਜਿਹੜੇ ਰਾਮਜੀ ਦਾਸ ਦੇ ਮਨ ਨੂੰ, ਭਗਤ ਪੂਰਨ ਸਿੰਘ ਦੇ ਮਨ ਨੂੰ ਬਿਲਕੁਲ ਤਬਦੀਲੀ ਦੇ ਵਿੱਚ ਲੈ ਆਂਦਾ, ਉਹ ਘਟਨਾ ਲੁਧਿਆਣੇ ਦੀ ਵਾਪਰੀ। ਰਾਮਜੀ ਦਾਸ ਲੁਧਿਆਣੇ ਪੇਪਰ ਦੇਣ ਗਏ, ਆਉਂਦੇ ਹੋਏ ਇੱਕ ਸਿਵਾਲੇ ਮੰਦਿਰ ਦੇ ਕੋਲ ਲੁਕੇ। ਇਹ ਜਿਹੜਾ ਮੰਦਿਰ ਸੀਗਾ ਉੱਥੋਂ ਦਾ ਰਹਿਣ ਵਾਲਾ ਜਿਹੜਾ ਪੁਜਾਰੀ ਸੀਗਾ, ਤੇ ਉਸ ਪੁਜਾਰੀ ਨੇ ਦੁਪਹਿਰ ਦਾ ਸਮਾਂ ਹੋਇਆ, ਦੁਪਹਿਰ ਦੇ ਸਮੇਂ ਤੱਕ ਰਾਮਜੀ ਦਾਸ ਨੇ ਉਸ ਮੰਦਿਰ ਦੇ ਵਿੱਚ ਬੜੀ ਰੀਝ ਦੇ ਨਾਲ ਸਫਾਈ ਕੀਤੀ। ਮੂਰਤੀਆਂ ਤੋਂ ਮੁੱਦਤਾਂ ਤੋਂ ਜੰਮੀ ਹੋਈ ਚੰਦਨ ਜਿਹੜੀ ਸੀ ਉਹ ਖੁਰਚ ਕੇ ਲਾਈ। ਰਾਮਜੀ ਦਾਸ ਥੱਕ ਗਿਆ ਸੀ ਸੇਵਾ ਕਰਦਿਆਂ। ਪੰਡਤ ਤੇ ਉਹਨਾਂ ਦੇ ਨਾਲ ਜਿਹੜੇ ਕੁਝ ਹੋਰ ਲੋਕ ਸਨ ਉਸ ਵਿਦਿਆਲਿਆ ਵਿੱਚ ਪੜ੍ਹਦੇ, ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣ ਵਾਸਤੇ, ਤੇ ਰਾਮਜੀ ਦਾਸ ਭਗਤ ਪੂਰਨ ਸਿੰਘ, ਯਾਦ ਰੱਖਣਾ ਪਹਿਲਾ ਨਾਮ ਰਾਮਜੀ ਦਾਸ ਸੀ, ਉਹ ਵੀ ਪੰਗਤ ਦੇ ਉੱਤੇ ਬੈਠ ਗਏ ਨੇ। ਪਰ ਪੰਡਤ ਨੇ ਦੇਖਿਆ ਤੇ ਅੱਗ ਬਲੂਲਾ ਹੋ ਗਿਆ। ਪਹਿਲਾਂ ਝਿੜਕਿਆ, ਫਿਰ ਰਾਮਜੀ ਦਾਸ ਦੀ ਬਾਹ ਪਕੜੀ ਤੇ ਪਕੜ ਕੇ ਬਾਹਰ ਕੱਢ ਦਿੱਤਾ। ਕਹਿਣ ਲੱਗਾ ਤੇਰੇ ਵਾਸਤੇ ਇਹ ਲੰਗਰ ਨਹੀਂ ਹੈ। ਬੜਾ ਹੈਰਾਨ ਹੋਇਆ ਰਾਮਜੀ ਦਾਸ, ਜਿਹੜੇ ਇੱਥੇ ਰਹਿੰਦੇ ਨੇ ਤੇ ਆਪਣੇ ਪੇਟ ਗੋਗਣਾ ਪਾਲੀਆਂ ਹੋਈਆਂ ਨੇ, ਵਿਹਲੇ ਰਹਿੰਦੇ ਨੇ, ਉਹਨਾਂ ਵਾਸਤੇ ਲੰਗਰ, ਤੇ ਜਿਹੜੇ ਇੱਥੇ ਸੇਵਾ ਕਰਦੇ ਨੇ, ਸੇਵਾ ਕਰਦੇ ਥੱਕ ਜਾਂਦੇ ਨੇ, ਉਹਨਾਂ ਵਾਸਤੇ ਕੁਝ ਵੀ ਨਹੀਂ। ਉੱਥੋਂ ਨਿਕਲ ਗਿਆ ਭੁੱਖਣ ਭਾਣਾ ਰਾਮਜੀ ਦਾਸ। ਰਸਤੇ ਦੇ ਵਿੱਚ ਉਹਨਾਂ ਨੂੰ ਦੋ ਸਿੰਘ ਮਿਲੇ ਜਦੋਂ ਉਹ ਖੰਨੇ ਵਾਲੇ ਪਾਸੇ ਨੂੰ ਜਾ ਰਹੇ ਸਨ, ਤੇ ਉੱਥੇ ਗੁਰਦੁਆਰਾ ਨਜ਼ਦੀਕ ਸੀ ਰੇਰੂ ਸਾਹਿਬ। ਉਸ ਦੋ ਸਿੰਘਾਂ ਨੇ, ਸ਼ਾਮ ਦਾ ਵਕਤ ਸੀ, ਇੱਕ ਰਹਿ ਰਾਸ ਦਾ ਪਾਠ ਕਰ ਰਿਹਾ ਸੀ, ਦੂਸਰਾ ਸੁਣ ਰਿਹਾ ਸੀ। ਥੱਕੇ ਹਾਰੇ ਨੇ ਕੋਲ ਬੈਠ ਕੇ ਪਾਠ ਸੁਣਿਆ, ਮਨ ਨੂੰ ਸ਼ਾਂਤੀ ਮਿਲੀ। ਉਹ ਸਿੰਘ ਰਾਮਜੀ ਦਾਸ ਨੂੰ ਆਪਣੇ ਨਾਲ ਘਰ ਲੈ ਗਏ, ਬਿਸਤਰਾ ਦਿੱਤਾ, ਲੰਗਰ ਛਕਾਇਆ। ਸਵੇਰ ਨੂੰ ਗੁਰਦੁਆਰਾ ਸਾਹਿਬ ਨੇੜੇ ਰੇਰੂ ਸਾਹਿਬ ਸੀ
ਤੇ ਰਾਮ ਜੀ ਦਾਸ ਉੱਥੇ ਆ ਗਿਆ। ਆ ਕੇ ਕੀ ਵੇਖਦਾ, ਆਉਂਦਿਆਂ ਸਾਰ ਉੱਥੋਂ ਦੇ ਸੇਵਾਦਾਰ ਨੇ ਰਾਮ ਜੀ ਦਾਸ ਨੂੰ ਚਾਹ ਛਕਾਈ। ਬੜੀ ਸਵਾਦ ਚਾਹ, ਮਨ ਨੂੰ ਦੁੱਧ ਦੇ ਵਿੱਚ ਪੱਤੀ ਪਾਈਓ ਤੇ ਪਰਤ ਕੇ ਕੀਰਤਨ ਸੁਣਿਆ। ਰਾਮ ਜੀ ਦਾਸ ਨੇ ਥੋੜੀ ਸੇਵਾ ਕੀਤੀ, ਲੰਗਰ ਵਰਤਾਉਣ ਲੱਗ ਪਏ ਤੇ ਲੰਗਰ ਵਰਤਾਉਣ ਦੇ ਵਿੱਚ ਰਾਮ ਜੀ ਦਾਸ ਨੂੰ ਲੰਗਰ ਛਕਾਇਆ ਗਿਆ। ਲੰਗਰ ਛਕ ਕੇ ਰਾਮ ਜੀ ਦਾਸ ਆਨੰਦਿਤ ਹੋ ਗਏ। ਸੇਵਾਦਾਰ ਦੀ ਪ੍ਰੇਮ ਭਾਵਨਾ ਦੇ ਨਾਲ ਛਕਾਇਆ ਹੋਇਆ ਲੰਗਰ ਬੜੇ ਪ੍ਰਭਾਵਿਤ ਹੋਏ ਤੇ ਹੁਣ ਰਾਮ ਜੀ ਦਾਸ ਨੇ ਜਾਂਦਿਆਂ ਹੋਇਆਂ, ਭਾਵੇਂ ਕਿ ਸ਼ਿਬੂ ਮੱਲ ਨੇ ਤੇ ਕਿਹਾ ਸੀ ਇਹ ਹਿੰਦੂ ਰਹੇਗਾ ਤੇ ਉਹਦੇ ਕੰਨਾਂ ਦੇ ਵਿੱਚ ਹਿੰਦੂਆਂ ਦੇ ਮੰਤਰ ਪਾਏ ਜਾਂਦੇ ਸਨ, ਪਰ ਅੱਜ ਕਿਉਂਕਿ ਮਾਂ ਜਪਜੀ ਸਾਹਿਬ ਦਾ ਪਾਠ ਕਰਦੀ ਸੀ, ਸਿੱਖ ਘਰਾਣੇ ਦੇ ਵਿੱਚੋਂ ਸੀ, ਅੱਜ ਉਰਦੂ ਵਾਲਾ ਗੁਟਕਾ ਜਪਜੀ ਸਾਹਿਬ ਦਾ ਲੈ ਕੇ ਰਾਮ ਜੀ ਦਾਸ ਪੜ੍ਹਦਾ ਹੋਇਆ ਆਪਣੇ ਘਰ ਗਿਆ। ਇਹ ਘਟਨਾ ਇਹੋ ਜਿਹੀ ਘਟੀ ਕਿ ਆਲ ਕਰਨਾ ਰਾਮ ਜੀ ਦਾਸ ਦਾ ਜੀਵਨ ਜਿਹੜਾ ਸੀ ਉਹ ਬਦਲ ਗਿਆ। ਮਹਿਤਾਬ ਕੌਰ ਨੇ ਲੁਧਿਆਣੇ ਤੋਂ ਮੁੜ ਲਾਹੌਰ ਰਾਮ ਜੀ ਦਾਸ ਨੂੰ ਜਿਹੜਾ ਸੀ ਉਹ ਸੱਦ ਲਿਆ। ਇੱਥੇ ਹੀ ਰਾਮ ਜੀ ਦਾਸ ਜਿਹੜੇ ਸਨ ਉਹਨਾਂ ਨੇ ਕੁਝ ਕੰਮ ਜਿਹੜੇ ਸਨ ਉਹ ਆਰੰਭੇ, ਜਿਵੇਂ ਕੰਪਿਊਟਰ ਦਾ ਕੋਰਸ ਕਰਨਾ, ਪਰ ਉਹ ਵੀ ਸਿਰੇ ਨਾ ਚੜ ਸਕਿਆ। ਹੋਰ ਬਹੁਤ ਸਾਰਾ ਕੰਮ ਕੀਤਾ। ਅੰਤ ਮਾਂ ਜਿਹੜੀ ਸੀ ਉਹ ਬਿਮਾਰ ਹੋ ਗਈ 1926 ਦੇ ਵਿੱਚ ਤੇ 1926 ਤੋਂ ਬਾਅਦ ਫਿਰ ਚਲਦਿਆਂ 1927-28 ਦੇ ਵਿੱਚ ਮਾਂ ਜਿਹੜੀ ਸੀ ਉਹ ਰਾਮ ਜੀ ਦਾਸ ਨੂੰ ਛੱਡ ਕੇ ਚਲੀ ਗਈ। ਆਪ ਲਾਹੌਰ ਦੇ ਵਿੱਚ ਸਨ, ਡੇਰਾ ਸਾਹਿਬ ਗੁਰਦੁਆਰਾ ਜਾਇਆ ਕਰਦੇ ਸਨ ਅਤੇ ਡੇਰਾ ਸਾਹਿਬ ਦੇ ਵਿੱਚੋਂ ਉਹਨਾਂ ਨੇ ਜਿਹੜਾ ਸੀਗਾ ਉਹ ਜੀਵਨ ਦੇ ਵਿੱਚੋਂ ਸੇਵਾ ਕਰਨੀ। ਅਤੇ ਇੱਕ ਦਿਨ ਇਹੋ ਜਿਹਾ ਹਾਲਾਤ ਬਣੀ ਕਿ ਇੱਕ 4 ਕੁ ਸਾਲ ਦੇ ਬੱਚੇ ਨੂੰ ਜਿਹੜਾ ਬੋਲ ਨਹੀਂ ਸਕਦਾ, ਗੂੰਗਾ ਸੀ, ਗੰਦ ਦੇ ਨਾਲ ਲਿਬੜਿਆ ਹੋਇਆ ਸੀ ਤੇ ਉਸ ਨੂੰ ਉੱਥੇ ਛੱਡ ਗਏ ਡੇਰਾ ਸਾਹਿਬ ਲਾਹੌਰ ਵਿਖੇ। ਤੇ ਰਾਮ ਜੀ ਦਾਸ ਨੇ ਪਰਤ ਕੇ ਉਸ ਨੂੰ ਆਪਣੀ ਗੋਦ ਲੈ ਲਿਆ ਅਤੇ ਕਿਹਾ ਕਿ ਹੁਣ ਮੈਂ ਇਹਦੀ ਮਾਂ ਬਣਾਂਗਾ। ਹੁਣ ਰਾਮ ਜੀ ਦਾਸ ਸੰਗਤਾਂ ਜਿਹੜੀਆਂ ਸਨ ਭਗਤ ਜੀ ਆਖਣ ਲੱਗ ਪਈਆਂ। ਸੰਗਤਾਂ ਗੋਦ ਲਏ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਗਤ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਸਨ ਉਹ ਭੇਟਾ ਕਰਦੀਆਂ ਸਨ। ਇਸ ਤਰ੍ਹਾਂ ਕਰਦਿਆਂ ਕਰਦਿਆਂ ਭਗਤ ਜੀ ਜਿਹੜੇ ਸਨ ਉਹ ਪੁਸਤਕਾਂ ਵੀ ਪੜ੍ਹਦੇ ਅਤੇ ਹੋਰ ਮਰੀਜ਼ ਹੌਲੀ ਹੌਲੀ ਉਹਨਾਂ ਦੇ ਕੋਲ ਆਉਣ ਲੱਗ ਪਏ। ਉਹਨਾਂ ਦੀ ਦੇਖਭਾਲ ਕਰਦੇ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ, ਉਹਨਾਂ ਦਾ ਗੰਦਮੰਦ ਸਾਫ਼ ਕਰਦੇ, ਉਹਨਾਂ ਨੂੰ ਸਾਫ਼ ਸੁਥਰੇ ਰੱਖਦੇ। ਇਵੇਂ ਸੇਵਾ ਦੀ ਉਹਨਾਂ ਨੇ ਉਹ ਪਿਰਤ ਉਹ ਆਰੰਭ ਕਰ ਦਿੱਤੀ। ਗੁਰਦੁਆਰੇ ਡੇਰਾ ਸਾਹਿਬ ਲਾਹੌਰ ਤੋਂ ਪਰਤ ਕੇ ਉਹ ਦਿਨ ਆਇਆ ਜਦੋਂ ਭਾਰਤ ਦਾ ਬਟਵਾਰਾ ਹੋ ਗਿਆ। ਅਗਸਤ 18 ਤਰੀਕ 1947 ਦਾ ਦਿਨ, ਭਾਦੋਂ ਦਾ ਮਹੀਨਾ। ਭਗਤ ਪੂਰਨ ਸਿੰਘ ਨੇ, ਕਿਉਂਕਿ ਹੁਣ ਰਾਮ ਜੀ ਦਾਸ ਤੋਂ ਬਦਲ ਕੇ ਅੰਮ੍ਰਿਤ ਛਕ ਕੇ ਭਗਤ ਪੂਰਨ ਸਿੰਘ ਬਣ ਗਏ ਸਨ। ਭਗਤ ਸਿੰਘ ਨਾਮ ਰੱਖਿਆ ਗਿਆ, ਸੰਗਤ ਨੇ ਭਗਤ ਦਾ ਨਾਮ ਦੇ ਦਿੱਤਾ ਗਿਆ। ਉਹਨਾਂ ਨੇ ਆਪਣੀ ਕਿਸਮਤ ਭਾਰਤ ਦੇ ਨਾਲ ਜੋੜੀ। ਜਿਵੇਂ ਪਹਿਲਾਂ ਕਿਹਾ ਸੀ, ਨੰਗਾ ਪਿੰਡਾ, ਇੱਕ ਤੇੜ ਕਸ਼ਹਿਰਾ, ਸਿਰ ਤੇ ਪਰਨਾ, ਇੱਕ ਲੋਹੇ ਦਾ ਬਾਟਾ ਤੇ ਕੁਝ ਕਿਤਾਬਾਂ ਝੋਲੇ ਦੇ ਵਿੱਚ ਪਾ ਕੇ ਤੇ ਪਿੱਠ ਤੇ ਲੂਲਾ, ਪਿਆਰਾ ਸਿੰਘ ਤੇ ਮੁੱਠੀ ਦੇ ਵਿੱਚ ਸਵਾ ਰੁਪਈਆ ਲੈ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਗਏ। ਇੱਥੇ ਹੀ ਰਹਿੰਦਿਆਂ ਹੋਇਆਂ, ਕਿਉਂਕਿ ਇਹ ਵੰਡ ਦੇ ਵਕਤ ਉਹ ਲੋਕ ਜਿਹੜੇ ਬੇਆਸਰੇ ਸਨ, ਲੂਲੇ ਲੰਗੜੇ ਸਨ, ਜਿਨ੍ਹਾਂ ਦਾ ਕੋਈ ਸਹਾਰਾ ਬਣਨ ਨੂੰ ਤਿਆਰ ਨਹੀਂ ਸੀ, ਉਹ ਰੇਲਵੇ ਸਟੇਸ਼ਨ ਦੇ ਉੱਤੇ ਲੋਕ ਛੱਡ ਜਾਇਆ ਕਰਦੇ ਸਨ ਤੇ ਭਗਤ ਪੂਰਨ ਸਿੰਘ ਉਹਨਾਂ ਨੂੰ ਚੁੱਕ ਕੇ ਆਪਣੇ ਕੋਲ ਲੈ ਆਉਂਦੇ ਸਨ। ਪਰ ਯਾਦ ਰੱਖਿਓ, ਉਹਨਾਂ ਦੇ ਕੋਲ ਨਾ ਕੋਈ ਰਹਿਣ ਵਾਸਤੇ ਸਥਾਨ ਸੀ ਅਤੇ ਨਾ ਹੀ ਉਹਨਾਂ ਰੋਗੀਆਂ ਨੂੰ ਇਲਾਜ ਵਾਸਤੇ ਕੋਈ ਸਥਾਨ ਸੀ। ਭਾਵੇਂ ਕਿ ਉਹਨਾਂ ਨੇ ਪੱਕਾ ਟਿਕਾਣਾ ਜਿਹੜਾ ਸੀ, ਕਈ ਸਮਾਂ ਲੱਗ ਗਿਆ ਉਹਨੂੰ ਲੱਭਦਿਆਂ ਹੋਇਆਂ। ਕਦੀ ਸਾਈਕਲ ਸਟੈਂਡ ਦੇ ਉੱਤੇ ਉਹਨਾਂ ਰੋਗੀਆਂ ਦੀ, ਉਹਨਾਂ ਅਪਾਹਜਾਂ ਦੀ ਸੇਵਾ ਸੰਭਾਲ ਵਿੱਚ ਲੱਗੇ ਰਹੇ ਤੇ ਫਿਰ ਕਦੇ ਕਿਤੇ ਤੇ ਫਿਰ ਇੱਕ ਸਿਨੇਮਾ ਘਰ, ਤੇ ਉਹਦੀ ਵੀ ਬੋਲੀ ਹੋ ਗਈ। ਆਖਰ ਸ਼੍ਰੋਮਣੀ ਕਮੇਟੀ ਨੇ ਉਹ ਬੋਲੀ ਦੇ ਪੈਸੇ ਦੇ ਕਰਕੇ ਉਹ ਸਥਾਨ ਜਿਹੜੀ ਸੀ ਉਹ ਖਰੀਦੀ ਗਈ ਤੇ ਫਿਰ ਅਸਲੀ ਪਿੰਗਲਵਾੜੇ ਦਾ ਉਹ ਸਥਾਨ ਆਰੰਭ ਹੁੰਦਾ ਹੈ। ਔਰ 3 ਸਿੰਘ ਉਸ ਵਕਤ ਸਨ, ਭਗਤ ਪੂਰਨ ਸਿੰਘ, ਸਰਦਾਰ ਕੁੰਡਾ ਸਿੰਘ ਤੇ ਸਰਦਾਰ ਨਾਰਾਇਣ ਸਿੰਘ। ਇਹਨਾਂ ਨੇ ਕੰਮ ਵੰਡੇ ਹੋਏ ਸਨ। ਭਗਤ ਪੂਰਨ ਸਿੰਘ ਮਰੀਜ਼ਾਂ ਦੀ ਸਫਾਈ ਕਰਦੇ ਸਨ, ਕੱਪੜੇ ਧੋਂਦੇ ਸਨ। ਕੁੰਡਾ ਸਿੰਘ ਲੰਗਰ ਦੀ ਉਗਰਾਹੀ ਕਰਦੇ ਸਨ ਤੇ ਸਰਦਾਰ ਨਾਰਾਇਣ ਸਿੰਘ ਉਹਨਾਂ ਨੂੰ ਗੁਰਬਾਣੀ ਦਾ ਪਾਠ ਸੁਣਾਉਂਦੇ ਸਨ। ਅਤੇ ਭਗਤ ਜੀ ਨੂੰ ਫਿਰ ਇਹੋ ਜਿਹੇ ਲਗਾਤਾਰ ਸੇਵਾ ਕਰਦਿਆਂ ਹੋਇਆਂ, ਭਾਵੇਂ ਕਿ ਉਸ ਮਰੀਜ਼ਾਂ ਦੇ ਵਿੱਚ ਟੀਬੀ ਵਾਲੇ, ਤਪਦਿਕ ਵਾਲੇ ਤੇ ਛੂਤ ਦੀ ਬਿਮਾਰੀ ਵਾਲੇ ਲੋਕ ਵੀ ਸਨ, ਪਰ ਖਿਆਲ ਕਰਨਾ ਰੱਬ ਦਾ ਭਗਤ, ਜਿਹਨੂੰ ਸਤਿਗੁਰ ਦੀ ਪਾਵਨ ਬਾਣੀ ਇਹ ਗੱਲ ਕਹਿੰਦੀ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਸ਼ੇਖ ਫਰੀਦ ਜੀ ਕਹਿੰਦੇ ਨੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ।
ਇਹੋ ਜਿਹੇ ਭਗਤ ਪੂਰਨ ਸਿੰਘ, ਉਹਨਾਂ ਨੇ ਦਿਨ ਰਾਤ ਉਹਨਾਂ ਮਰੀਜ਼ਾਂ ਦੀ ਸੇਵਾ ਕੀਤੀ। ਲੰਬਾ ਸਮਾਂ ਜਿਹੜਾ ਸੀਗਾ ਉਹਨਾਂ ਨੇ ਇਸ ਸੇਵਾ ਦੇ ਵਿੱਚ ਲਗਾ ਦਿੱਤਾ ਅਤੇ ਉਹਨਾਂ ਦੀ ਸੇਵਾ ਕਰਦਿਆਂ ਹੋਇਆਂ, ਉਹਨਾਂ ਦੀ ਪਰਵਰਿਸ਼ ਕਰਦਿਆਂ ਹੋਇਆਂ ਲੰਬਾ ਸਮਾਂ ਆਪਣੇ ਜੀਵਨ ਦਾ ਇਸ ਕੰਮ ਦੇ ਵਿੱਚ ਲਗਾ ਦਿੱਤਾ। ਇੱਥੇ ਬਸ ਨਹੀਂ, ਭਗਤ ਪੂਰਨ ਸਿੰਘ ਨੇ ਜਿੱਥੇ ਇਹ ਕਾਰਜ ਵੀ ਕੀਤਾ, ਉੱਥੇ ਨਾਲ ਦੀ ਨਾਲ ਸਮਾਜ ਦੀ ਭਲਾਈ ਵਾਸਤੇ ਬਹੁਤ ਕਾਰਜ ਕੀਤੇ। ਰਸਤੇ ਵਿੱਚ ਜਾਣਾ, ਗੰਦ ਪਿਆ ਹੋਣਾ, ਉਸ ਨੂੰ ਬਾਟੇ ਦੇ ਵਿੱਚ ਰੱਖ ਲੈਣਾ ਤੇ ਫੁੱਲਾਂ ਨੂੰ ਪਾ ਦੇਣਾ। ਪਸ਼ੂਆਂ ਦਾ ਮਲ ਮੂਤਰ, ਪਸ਼ੂਆਂ ਦਾ ਗੋਹਾ ਜੋ ਕਿ ਬੂਟਿਆਂ ਵਾਸਤੇ ਬੜਾ ਚੰਗਾ ਹੁੰਦਾ ਹੈ, ਉਹ ਚੁੱਕਣਾ ਤੇ ਬੂਟਿਆਂ ਨੂੰ ਪਾ ਦੇਣਾ। ਉਹ ਅਕਸਰ ਕਿਹਾ ਕਰਦੇ ਸਨ, ਇਹ ਧਰਤੀ ਨੂੰ ਤਾਕਤਵਰ ਬਣਾਉਂਦੇ ਨੇ, ਪਰ ਇਹਨਾਂ ਦੀ ਵਰਤੋਂ ਉੱਥੇ ਕੀਤੀ ਜਾਵੇ ਜਿੱਥੇ ਇੱਥੇ ਲੋੜ ਹੈ। ਇੱਕ ਪਾਸੇ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਸਾਧਾਂ ਦੇ ਬੱਗਾਂ ਦੇ ਬੱਗ ਫਿਰਦੇ ਨੇ, ਲੋਕ ਉਹਨਾਂ ਦੇ ਕੋਲ ਬੜੀ ਸੇਵਾ ਕਰਦੇ ਨੇ, ਪਰੰਤੂ ਭਗਤ ਪੂਰਨ ਸਿੰਘ ਵਗਦਾ ਭਗਤ ਆਪਾਂ ਵੇਖਦੇ ਹਾਂ ਉਹਨਾਂ ਦੇ ਕੋਲ ਨਹੀਂ ਜਾਂਦੇ ਕੋਈ। ਸਤਿਗੁਰ ਕਿਰਪਾ ਕਰੇ। ਭਗਤ ਪੂਰਨ ਸਿੰਘ ਨੇ ਆਪਣੇ ਜੀਵਨ ਦੇ ਦੌਰਾਨ ਉਹ ਕਾਰਜ ਕੀਤੇ ਜਿਹੜੇ ਕਾਰਜ ਆਮ ਮਨੁੱਖ ਨਹੀਂ ਜੇ ਕਰ ਸਕਦਾ। ਧਰਤੀ ਦੇ ਬੜੇ ਪ੍ਰੇਮੀ ਸਨ, ਵਾਤਾਵਰਣ ਦੇ ਬੜੇ ਪ੍ਰੇਮੀ ਸਨ। ਸਮਾਜ ਸੇਵਾ ਦੇ ਨਾਲ ਨਾਲ ਧਰਤੀ ਦੇ ਉੱਤੇ ਵੀ ਉਹਨਾਂ ਨੂੰ ਰੁੱਖ ਲਗਾਉਣਾ, ਲੋਕਾਂ ਨੂੰ ਸੁਚੇਤ ਕਰਨਾ, ਪੰਫਲੇਟ ਦੇ ਦੇ ਕੇ ਛੋਟੇ ਛੋਟੇ ਜੋ ਉਹਨਾਂ ਨੇ ਆਪਣੀ ਪ੍ਰੈਸ ਦੇ ਵਿੱਚ ਛਪਦੇ ਸਨ, ਲੋਕਾਂ ਨੂੰ ਸੁਚੇਤ ਕਰਦੇ ਸਨ। ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਜਾਓ, ਤੁਹਾਨੂੰ ਉੱਥੋਂ ਪੰਫਲੇਟ ਮਿਲਣਗੇ। ਅਖੀਰ 1980 ਨੂੰ ਸਰਕਾਰ ਨੇ ਧਿਆਨ ਦਿੱਤਾ, ਭਗਤ ਪੂਰਨ ਸਿੰਘ ਜੀ ਨੂੰ ਜਿਹੜਾ ਸੀਗਾ ਉਹ ਪਦਮ ਸ਼੍ਰੀ ਅਵਾਰਡ ਜਿਹੜਾ ਸੀ ਉਹ ਦਿੱਤਾ ਗਿਆ। ਪਰੰਤੂ ਇਹ ਅਵਾਰਡ ਭਗਤ ਪੂਰਨ ਸਿੰਘ ਨੇ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, 1984 ਦੇ ਜੋ ਘੱਲੂਘਾਰਾ ਵਾਪਰਿਆ ਉਹਦੇ ਰੋਸ ਵਜੋਂ ਜਿਹੜਾ ਸੀ ਉਹ ਵਾਪਸ ਮੋੜ ਦਿੱਤਾ ਅਤੇ ਉਸ ਜਿਹੜੀ ਚਿੱਠੀ ਲਿਖੀ ਸੀ ਰਾਸ਼ਟਰਪਤੀ ਨੂੰ ਪਦਮ ਸ਼੍ਰੀ ਅਵਾਰਡ ਦੀ ਵਾਪਸੀ ਤੇ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ, ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਹੋਏ ਇਨਸਾਨੀਅਤ ਤੋਂ ਗਿਰੀ ਹੋਈ ਫੌਜੀ ਕਾਰਵਾਈ ਵਿਰੁੱਧ ਰੋਸ ਵਜੋਂ ਪਦਮ ਸ਼੍ਰੀ ਅਵਾਰਡ ਮੋੜਿਆ ਜਾਣਾ। ਇਹ ਅਵਾਰਡ ਉਹਨਾਂ ਨੇ 9 ਸਤੰਬਰ 1984 ਨੂੰ ਜਿਹੜਾ ਸੀ ਉਹ ਮੋੜ ਦਿੱਤਾ। ਭਗਤ ਪੂਰਨ ਸਿੰਘ ਦਾ ਦ੍ਰਿੜ ਵਿਸ਼ਵਾਸ ਸੀ ਅਤੇ ਉਹਨਾਂ ਦਾ ਵਿਸ਼ਵਾਸ ਸੀ ਇਹ ਸਾਰਾ ਕਾਰਜ ਜਿਹੜਾ ਹੈ ਉਹ ਗੁਰੂ ਆਪ ਕਰਦਾ ਹੈ। ਅਤੇ ਜਦੋਂ ਸਿੱਖ ਦਾ ਵਿਸ਼ਵਾਸ ਇਸ ਤਰ੍ਹਾਂ ਦਾ ਬਣ ਜਾਵੇ ਤੇ ਸੱਚ ਜਾਣਿਓ, ਸੇਵਾ ਦੇ ਕਾਰਜ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ ਉਹ ਭਗਤ ਪੂਰਨ ਸਿੰਘ ਬਣ ਸਕਦਾ ਹੈ।